पुरख निरभउ निरवैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच तेरे कवन कवन गुण कह कह गावां तू साहिब गुणी निधाना तुमरी महिमा बरन ना साकौं तू ठाकुर ऊच भगवाना कमाल करामात कायम करीम रजा बख्श राजक रहा को रहीम अमा बख्श बख्शिंदो दस्तगीर रजा बख्श राजी देहो दिल पजीर शहनशाह खूबी देहो रहनमू के बेगून बेचू न चूबे नमू न साजो न बाजो न फौजो न फर्श खुदावंद बख्शिंदो ऐश अर्श न साजो न बाजो न फौजो न फर्श खुदावंद बख्शिंदो ऐश अर्श सतनाम श्री वाहिगुरु साहिब जी। गुरस नहा चेकारे कुनद चहल नर के 10 लख बरायद बरो बेखबर गुरस नहा चेकारे कुनद चहल नर के 10 लख बरायद बरो बेखबर। वाहिगुरु जी का खालसा वाहिगुरु जी की फतेह। परम सन्मानयोग जुगो जुग अटल चवर छतर तखत दे मालक दसां पातशाहियां दी जोत गुरगद्दी ते सुभाएमान शब्द गुर पीरा गहर गंभीरा। धन श्री गुरु ग्रंथ साहिब महाराज जी दी पावन हजूरी अंदर अमृत वेले दे सजे हुए दीवाना विच हाजरियां भर रहे गुरु सवारे सतसंगी जनों, आप जी ने अमृत वेले तो गुरु दरबार दियां हाजरियां भरदियां होयां गुरु की अमृत बाणी अमृतमयी बाणियां नितनेम दियां बाणियां पंजां बाणियां दे जाप सरवण कीते ने। सो आओ समा होया है कथा विचारां दा। धन श्री गुरु ग्रंथ साहिब महाराज जी दी अपार बख्शिश किरपा दा सदका कल रोज तो आपां
ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਰਚਨਾ ਜ਼ਫਰਨਾਮੇ ਦੀ ਵਿਚਾਰ ਆਰੰਭ ਕੀਤੀ ਹੈ। ਕੱਲ ਦੇ ਦੀਵਾਨਾਂ ਵਿੱਚ 18 ਬੈਂਤਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ, ਜਿਹਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਪਹਿਲੇ 12 ਬੈਂਤਾਂ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਦੀ ਸਿਫਤ ਕੀਤੀ ਹੈ। ਮਾਲਕ ਕਿਰਪਾਲੂ ਹੈ, ਦਿਆਲੂ ਹੈ, ਪਰਵਰਿਸ਼ ਕਰਨ ਵਾਲਾ ਹੈ, ਰਹਿਮਤਾਂ ਕਰਦਾ ਹੈ, ਸਾਰੀ ਦੁਨੀਆ ਦੀ ਕਾਰ ਚਲਾਉਂਦਾ ਹੈ। ਉਹਦੇ ਤੋਂ ਅੱਗੇ ਕਲਗੀਧਰ ਪਾਤਸ਼ਾਹ ਜੀ ਨੇ ਦਾਸਤਾਨ ਲਿਖੀ ਹੈ। ਦੀਨੇ ਦੀ ਧਰਤੀ ਤੇ ਬੈਠ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਹ ਜ਼ਫਰਨਾਮਾ ਜਿੱਤ ਦੀ ਚਿੱਠੀ ਲਿਖੀ ਔਰੰਗਜ਼ੇਬ ਦੇ ਵੱਲ। ਉਹ ਦੱਖਣ ਵਿੱਚ ਸੀ, ਉੱਥੇ ਸਖਤ ਬਿਮਾਰ ਹੋਇਆ ਔਰ ਇਹ ਮਹਾਰਾਜ ਦੀ ਲਿਖੀ ਹੋਈ ਚਿੱਠੀ ਜ਼ਫਰਨਾਮਾ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ ਲੈ ਕੇ ਉਹਦੇ ਕੋਲ ਪਹੁੰਚੇ ਸਨ ਦੱਖਣ ਦੇ ਵਿੱਚ, ਜਿਹਨੂੰ ਪੜ੍ਹ ਕੇ ਉਹਦੀ ਮੌਤ ਹੋਈ। ਪਹਿਲੇ 12 ਬੈਂਤਾਂ ਵਿੱਚ ਅਕਾਲ ਦੀ ਸਿਫਤ ਲਿਖੀ ਹੈ ਸਤਿਗੁਰਾਂ ਨੇ। ਅੱਗੇ ਦਾਸਤਾਨ ਮਹਾਰਾਜ ਨੇ ਲਿਖਿਆ, ਔਰੰਗਜ਼ੇਬ ਤੁਸੀਂ ਕੁਰਾਨ ਦੀਆਂ ਕਸਮਾਂ ਖਾਧੀਆਂ ਪਰ ਮੁੱਕਰ ਗਏ। ਹੁਣ ਦੱਸ ਮੈਂ ਕੀ ਭਰੋਸਾ ਕਰਾਂ ਤੇਰੀ ਕੁਰਾਨ ਦੀ ਕਸਮ ਤੇ। ਸਾਡਾ ਰਾਖਾ ਅਕਾਲ ਪੁਰਖ ਪਰਮਾਤਮਾ ਹੈ, ਪਰਮੇਸ਼ਰ ਦਾ ਹੱਥ ਹੈ ਸਾਡੇ ਸਿਰ ਦੇ ਉੱਪਰ। ਉਹ ਵਾਹਿਗੁਰੂ ਕਿਰਪਾ ਕਰਦਾ ਹੈ ਸਾਡੇ ਤੇ। ਮੇਰੇ ਤੇ ਤੇਰੇ ਵਿੱਚ ਇੱਕ ਪਰਮਾਤਮਾ ਗਵਾਹ ਹੈ ਕਿ ਕੌਣ ਕੌਲ ਸੁਖਨ ਕਰਕੇ ਮੁਕਰਿਆ। ਸੋ ਕੱਲ ਦੇ ਦੀਵਾਨਾਂ ਵਿੱਚ ਆਪਾਂ ਇਹ 18 ਬੈਂਤਾਂ ਦੀ ਵਿਚਾਰ ਸਰਵਣ ਕੀਤੀ ਸੀ। ਕਸਮ ਮੁਸਹਫੇ ਖੁਫੀਆ ਗਰ ਈ ਖੁਰਮ ਨਾ ਫੌਜ਼ੇ ਅਜ਼ੀ ਜ਼ੇਰ ਸੁਮ ਅਫਕੁਨਮ। ਮਹਾਰਾਜ ਕਹਿੰਦੇ ਜੇ ਕਿਤੇ ਮੈਂ ਲੋਕੇ ਵੀ ਕੁਰਾਨ ਦੀ ਕਸਮ ਖਾਂਦਾ ਨਾ ਵੀ ਆਨੰਦਪੁਰ ਨੂੰ ਨਹੀਂ ਛੱਡਣਾ, ਤੇ ਮੈਂ ਕਦੀ ਵੀ ਆਪਣੇ ਸੂਰਮਿਆਂ ਸਾਥੀਆਂ ਦੇ ਨਾਲ ਘੋੜਿਆਂ ਦੀਆਂ ਸੁੰਮਾਂ ਨੂੰ ਆਨੰਦਗੜ੍ਹ ਦੇ ਕਿਲੇ ਤੋਂ ਹੇਠਾਂ, ਪਹਾੜੀ ਤੋਂ ਹੇਠਾਂ ਲੈ ਕੇ ਨਾ ਆਉਂਦਾ। ਪਰ ਕਸਮਾਂ ਤੁਸੀਂ ਖਾਧੀਆਂ ਸੀ, ਮੈਂ ਨਹੀਂ। ਤੁਮਾਰਾ ਸੱਚੇ ਪਾਤਸ਼ਾਹ ਜੀ ਔਰੰਗਜ਼ੇਬ ਨੂੰ ਜ਼ਫਰਨਾਮੇ ਵਿੱਚ ਲਿਖ ਰਹੇ ਨੇ। ਆਓ ਇਸ ਤੋਂ ਅੱਗੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਗੁਰਸ ਨਹਾ ਚੇਕਾਰੇ ਕੁਨਦ ਚਹਿਲ ਨਰ ਕੇ ਦਾਹ ਲਖ ਬਰਾਇਦ ਬਰੋ ਬੇਖਬਰ। ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਨੇ, ਇਹ ਔਰੰਗਜ਼ੇਬ ਜਿਹੜੇ ਮੇਰੇ ਸਿੰਘ ਸਨ ਭੁੱਖਣ ਭਾਣੇ ਸਨ। ਗੁਰਸਨਹ ਦਾ ਅਰਥ ਹੈ ਭੁੱਖੇ ਭੁੱਖੇ। ਚੇ ਕਾਰੇ, ਚੇ ਮੈਨੇ ਕੀ, ਕਾਰੇ ਮੈਨੇ ਕੰਮ, ਕੁਨਦ ਮੈਨੇ ਕਰ ਸਕਦੇ ਸਨ ਚਹਿਲ ਨਰ। ਮੇਰੇ ਭੁੱਖਣ ਭਾਣੇ 40 ਸਿੰਘ ਕੀ ਕੰਮ ਕਰ ਸਕਦੇ ਸਨ। ਕਿਉਂ ਕਿ 10 ਲੱਖ ਬਰਾਇਦ ਬਰੋ ਬੇਖਬਰ। ਜੋ ਤੇਰੀ 10 ਲੱਖ ਫੌਜ ਬਰਾਇਦ ਆ ਗਈ, ਬਰੋ ਮੈਨੇ ਉੱਪਰ, ਉਹਨਾਂ 40 ਸਿੰਘਾਂ ਦੇ ਉੱਪਰ ਤੇਰੀ 10 ਲੱਖ ਫੌਜ ਬੇਖਬਰ ਅਚਨਚੇਤ ਹੀ ਆ ਗਈ। ਉਸ ਵੇਲੇ ਕੁੱਲ 40 ਆਦਮੀ ਸਨ ਔਰੰਗਜ਼ੇਬ, ਉਹ ਵੀ ਭੁੱਖੇ ਸਨ। ਉਹਨਾਂ ਭਲਾ ਯੁੱਧ ਦਾ ਕੰਮ ਕੀ ਕਰਨਾ ਸੀ, ਜੰਗ ਦੀ ਕੀ ਕਾਰ ਕਰਨੀ ਸੀ, ਕਿਉਂਕਿ 40 ਸਿੱਖਾਂ ਦੇ ਉੱਪਰ ਅਚਾਨਕ ਹੀ ਤੇਰੀ 10 ਲੱਖ ਫੌਜ ਨੇ ਧਾਵਾ ਬੋਲਿਆ। ਉਹ ਭੁੱਖੇ ਸਨ, ਕਈ ਦਿਨਾਂ ਤੋਂ ਉਹਨਾਂ ਨੂੰ ਕੁਝ ਵੀ ਖਾਣ ਨੂੰ ਨਹੀਂ ਸੀ ਮਿਲਿਆ। ਸਾਧ ਸੰਗਤ ਆਪਾਂ ਪਿੱਛੇ ਸਰਵਣ ਕੀਤਾ ਹੀ ਹੈ ਕਿ ਆਨੰਦਪੁਰ ਸਾਹਿਬ ਨੂੰ ਕਿੰਨਾ ਲੰਮਾ ਘੇਰਾ ਪਿਆ ਰਿਹਾ, ਕੁਝ ਖਾਣ ਨੂੰ ਨਾ ਰਿਹਾ, ਰਾਸ਼ਨ ਨਾ ਰਿਹਾ। ਭੁੱਖ ਦੇ ਦੁੱਖੋਂ ਹਾਥੀ ਘੋੜੇ ਮਰਨ ਲੱਗ ਪਏ। ਬੜਾ ਵੱਡਾ ਦੁੱਖ ਹੁੰਦਾ ਹੈ ਭੁੱਖ ਦਾ। ਸਾਹਿਬਾਂ ਨੇ ਬਾਣੀ ਵਿੱਚ ਕਿਰਪਾ ਕੀਤੀ ਹੈ, ਦੁੱਖ ਵੇਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ।
ਜਿੱਥੇ ਦੁੱਖਾਂ ਦਾ ਜ਼ਿਕਰ ਕੀਤਾ ਵੀ 4 ਪ੍ਰਮੁੱਖ ਵੱਡੇ ਦੁੱਖ ਨੇ, ਉਹਦੇ ਵਿੱਚ ਇੱਕ ਇਹ ਜ਼ਿਕਰ ਕੀਤਾ ਕਿ ਭੁੱਖ ਦਾ ਦੁੱਖ ਵੀ ਬੜਾ ਵੱਡਾ ਹੈ। ਬਹੁਤ ਵੱਡਾ ਦੁੱਖ ਹੁੰਦਾ ਭੁੱਖ ਦਾ। ਭੁੱਖ ਦੇ ਦੁੱਖੋਂ ਆਪਣੇ ਵੀ ਸਾਥ ਛੱਡ ਜਾਂਦੇ ਨੇ। ਮੁਸ਼ਕਲ ਦਾ, ਬਿਪਤਾ ਦਾ ਸਮਾਂ ਆਵੇ, ਆਪਣੇ ਰਿਸ਼ਤੇਦਾਰ, ਸਕੇ ਸੰਬੰਧੀ ਸਾਥ ਛੱਡ ਕੇ ਪਰੇ ਹੋ ਜਾਂਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੰਸਾਰੀ ਤੌਰ ਤੇ ਦੇਖੀਏ ਵੀ ਕਿੰਨੇ ਦੁੱਖਾਂ ਤੇ ਮੁਸ਼ਕਲਾਂ ਦੇ ਵਿੱਚੋਂ ਨਿਕਲੇ। ਸਾਹਿਬ ਪਾਤਸ਼ਾਹ ਜੀ ਨੇ ਆਪਣੇ ਅੰਦਰ ਨੂੰ ਨਹੀਂ ਡੋਲਣ ਦਿੱਤਾ। ਬੁਲੰਦ ਹੌਸਲੇ ਰਹੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ। ਆਪਾਂ ਇਸ ਦੇਸ਼ ਦੇ ਇਤਿਹਾਸ ਵਿੱਚ ਇਹ ਪੜ੍ਹਦੇ ਹਾਂ ਕਿ ਮਹਾਰਾਣਾ ਪ੍ਰਤਾਪ ਨੇ ਅਕਬਰ ਦੇ ਨਾਲ ਮੱਥਾ ਲਾਇਆ। ਬੜਾ ਲੰਮਾ ਸਮਾਂ ਉਹ ਆਕੀ ਹੋ ਕੇ ਬੈਠਾ ਰਿਹਾ ਮਹਾਰਾਣਾ ਪ੍ਰਤਾਪ। ਅਖੀਰ ਉਹ ਜੰਗਲਾਂ ਦੇ ਵਿੱਚ ਚਲਿਆ ਗਿਆ। ਇੱਕ ਉਹ ਏ, ਇੱਕ ਉਹਦੀ ਘਰਵਾਲੀ ਹੈ ਜਿਹੜੀ ਰਾਣੀ ਹੈ, ਇੱਕ ਉਹਨਾਂ ਦਾ ਬੱਚਾ ਮਹਾਰਾਣਾ ਪ੍ਰਤਾਪ ਦਾ। ਜੰਗਲ ਦੇ ਵਿੱਚ ਭਟਕਦੇ ਰਹੇ, ਬੜਾ ਲੰਮਾ ਸਮਾਂ ਜੰਗਲ ਦੇ ਵਿੱਚ ਰਹੇ ਵੀ ਮੈਂ ਅਕਬਰ ਦੀ ਈਨ ਨਹੀਂ ਮੰਨਾਂਗਾ। ਭੁੱਖਣ ਭਾਣੇ ਜੰਗਲ ਦੇ ਵਿੱਚ ਰਹੇ ਤੇ ਇੱਕ ਦਿਨ ਕਿਤੇ ਇੱਕ ਰੋਟੀ ਦਾ ਟੁਕੜਾ ਮਿਲਿਆ ਖਾਣ ਵਾਸਤੇ ਤੇ ਮਹਾਰਾਣਾ ਪ੍ਰਤਾਪ ਦੀ ਰਾਣੀ ਨੇ ਉਹ ਰੋਟੀ ਦਾ ਟੁਕੜਾ ਆਪਣੇ ਬੱਚੇ ਨੂੰ ਦੇ ਦਿੱਤਾ। ਬੜੇ ਦਿਨਾਂ ਦਾ ਜਿਹੜਾ ਭੁੱਖਾ ਸੀ। ਮਹਾਰਾਣਾ ਪ੍ਰਤਾਪ ਦੇਖਦਾ ਹੈ, ਉਹਦੀ ਰਾਣੀ ਦੇਖਦੀ ਹੈ ਕਿ ਬੱਚਾ ਇਸ ਰੋਟੀ ਦੇ ਟੁਕੜੇ ਨੂੰ ਆਪਣੇ ਮੂੰਹ ਵਿੱਚ ਪਾਏਗਾ। ਇੰਨੇ ਚਿਰ ਨੂੰ ਕੀ ਹੋਇਆ ਵੀ ਇੱਕ ਜੰਗਲੀ ਬਿੱਲੀ ਆਈ, ਉਹਨੇ ਝਪਟ ਮਾਰੀ ਤੇ ਮਹਾਰਾਣਾ ਪ੍ਰਤਾਪ ਦੇ ਬੱਚੇ ਦੇ ਹੱਥੋਂ ਉਹ ਰੋਟੀ ਦਾ ਟੁਕੜਾ ਖੋਹ ਕੇ ਲੈ ਗਈ। ਬੱਚੇ ਦੀਆਂ ਚੀਕਾਂ ਨਿਕਲ ਗਈਆਂ। ਕਈ ਦਿਨਾਂ ਬਾਅਦ ਇਹ ਰੋਟੀ ਦਾ ਟੁਕੜਾ ਮਿਲਿਆ ਸੀ ਜਿਹੜਾ ਬੱਚੇ ਨੇ ਖਾਣਾ ਸੀ। ਬਿੱਲੀ ਖੋਹ ਕੇ ਲੈ ਗਈ, ਝਪਟ ਮਾਰੀ। ਜਦੋਂ ਬੱਚਾ ਚੀਕਿਆ, ਉਹਦੀਆਂ ਚੀਕਾਂ ਨਿਕਲੀਆਂ। ਰਾਣਾ ਪ੍ਰਤਾਪ ਦਾ ਫੌਲਾਦੀ ਹਿਰਦਾ ਫਟ ਗਿਆ, ਕੰਬ ਗਿਆ ਅੰਦਰੋਂ, ਹਿਰਦਾ ਦਰਵ ਗਿਆ ਉਹਦਾ। ਤੇ ਉਸ ਨੇ ਅਕਬਰ ਨੂੰ ਸੁਲਾਹਨਾਮਾ ਲਿਖਿਆ, ਚਿੱਠੀ ਲਿਖੀ ਸੁਲਾਹ ਕਰਨ ਵਾਸਤੇ। ਤੇ ਅਖੀਰ ਆਪ ਜਾਣਦੇ ਹੋ ਕਿ ਸੁਲਾਹ ਹੋਈ। ਮੇਰਾ ਕਹਿਣ ਦਾ ਭਾਵ ਕਿ ਭੁੱਖ ਦਾ ਦੁੱਖ ਵੱਡਿਆਂ ਵੱਡਿਆਂ ਨੂੰ ਡੁਲਾ ਦਿੰਦਾ ਹੈ। ਰਾਣਾ ਪ੍ਰਤਾਪ ਨੂੰ ਵੀ ਸੁਲਾਹ ਦੀ ਚਿੱਠੀ ਲਿਖਣੀ ਪੈ ਗਈ ਸੀ ਅਕਬਰ ਨੂੰ। ਕੁਰਬਾਨ ਜਾਈਏ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੋਂ। ਭੁੱਖ ਦਾ ਦੁੱਖ ਬੜਾ ਆਇਆ। ਆਨੰਦਪੁਰੀ ਨੂੰ ਛੱਡ ਦਿੱਤਾ। ਸਰਸਾ ਤੇ ਪਰਿਵਾਰ ਵਿਛੜਿਆ। ਚਮਕੌਰ ਵਿੱਚ ਜੰਗ ਹੋਈ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ। 5 ਪਿਆਰਿਆਂ ਚੋਂ 3 ਪਿਆਰੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ। ਹੋਰ ਸਿੰਘ ਸ਼ਹੀਦ ਹੋਏ। ਸਰਹੰਦ ਦੀ ਧਰਤੀ ਤੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਮਾਤਾ ਜੀ ਸ਼ਹੀਦ ਹੋ ਗਏ ਨੇ। ਆਪ ਦੀਨੇ ਦੀ ਧਰਤੀ ਤੇ ਬੈਠੇ ਨੇ। ਸੁਲਾਹਨਾਮਾ ਨਹੀਂ ਔਰੰਗਜ਼ੇਬ ਨੂੰ ਲਿਖਿਆ। ਕੀ ਲਿਖਿਆ? ਜ਼ਫਰਨਾਮਾ। ਜ਼ਫਰ ਮੈਨੇ ਫਤਿਹ ਦੀ, ਨਾਮਾ ਚਿੱਠੀ। ਫਤਿਹ ਦੀ, ਜਿੱਤ ਦੀ ਚਿੱਠੀ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਔਰੰਗਜ਼ੇਬ, ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਦੇ ਨਾਲ ਮੇਰੀ ਜਿੱਤ ਹੋਈ ਹੈ, ਤੂੰ ਹਾਰਿਆ ਹੈ। ਬਚਨਾਂ ਤੋਂ ਤੁਸੀਂ ਮੁੱਕਰੇ, ਕਰਕੇ ਵਾਅਦੇ ਖਾ ਕੇ ਕੁਰਾਨ ਦੀਆਂ ਕਸਮਾਂ ਤੁਸੀਂ ਸਾਰੇ ਮੁੱਕਰ ਗਏ। ਮੇਰਾ ਰਾਖਾ ਪਰਮੇਸ਼ਰ ਹੈ। ਸੁਲਾਹਨਾਮਾ ਨਹੀਂ, ਜ਼ਫਰਨਾਮਾ, ਜਿੱਤ ਦੀ ਚਿੱਠੀ ਲਿਖੀ ਹੈ। ਕਹਿੰਦੇ ਨੇ 1425 ਦੇ ਵਿੱਚ ਫਿਰੋਜ਼ਦੀਨ ਨੇ ਵੀ ਇੱਕ ਜ਼ਫਰਨਾਮਾ ਲਿਖਿਆ ਸੀ। ਉਹਦੇ ਵਿੱਚ ਉਹਨੇ ਤੈਮੂਰ ਦੀ ਤਲਵਾਰ ਦੀ ਤਾਰੀਫ ਕੀਤੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਜਿਹੜਾ ਜ਼ਫਰਨਾਮਾ ਲਿਖਿਆ ਹੈ, ਸਮੇਂ ਦਾ ਹਾਕਮ ਉਸ ਵਕਤ ਦਾ ਔਰੰਗਜ਼ੇਬ, ਉਹਨੂੰ ਮਹਾਰਾਜ ਲਿਖਦੇ ਨੇ, ਔਰੰਗਜ਼ੇਬ ਤੁਸੀਂ ਝੂਠੇ ਬਚਨ ਕਰਕੇ ਮੁੱਕਰ ਗਏ, ਪਰ ਮੇਰੇ ਸਿਰ ਤੇ ਅਕਾਲ ਪੁਰਖ ਪਰਮਾਤਮਾ ਦਾ ਹੱਥ ਹੈ। ਤੇਰੀ 10 ਲੱਖ ਫੌਜ ਦੇ ਘੇਰੇ ਵਿੱਚ ਵੀ ਮੈਂ ਉਹਨਾਂ ਦੇ ਹੱਥ ਨਹੀਂ ਆਇਆ।
गुरस नहा चेकारे कुनद चिहल नर के 10 ਲੱਖ ਬਰਾਇਦ ਬਰੋ ਬੇਖਬਰ। ਮਹਾਰਾਜ ਕਹਿੰਦੇ ਮੇਰੇ 40 ਸਿੱਖ ਭੁੱਖਣ ਭਾਣੇ ਸਨ, ਤੇਰੀ 10 ਲੱਖ ਫੌਜ ਅਚਨਚੇਤ ਆ ਪਈ। ਉਹ ਜੰਗ ਦੀ ਕੀ ਕਾਰ ਕਰਦੇ ਜਿਹੜੇ ਕਈ ਦਿਨਾਂ ਦੇ ਭੁੱਖੇ ਸਨ। ਅੱਗੇ ਮਹਾਰਾਜ ਲਿਖਦੇ ਨੇ ਕਿ ਪੈਮਾ ਸ਼ਿਕਨ ਬੇਦ ਰੰਗ, ਕਿ ਪੈਮਾ ਸ਼ਿਕਨ ਬੇਦ ਰੰਗ ਆਮਦੰਦ, ਮਿਆਂ ਤੇਗ ਤੀਰੋ ਤੁਫੰਗ ਆਮਦੰਦ। ਕਿ ਮੈਨੇ ਜੋ ਪੈਮਾ ਮੈਨੇ ਬਚਨ ਕੀਤਾ ਸੀ, ਕੁਰਾਨ ਦੀ ਕਸਮ ਖਾਧੀ ਸੀ, ਤੇਰੇ ਨਾਲ ਮਿਲ ਕੇ ਪਹਾੜੀਆਂ ਨੇ, ਉਹਨਾਂ ਹਿੰਦੂ ਪਹਾੜੀ ਰਾਜਿਆਂ ਨੇ ਗਊ ਦੀ ਕਸਮ ਖਾਧੀ ਸੀ। ਸ਼ਿਕਨ, ਸ਼ਿਕਨ ਮੈਨੇ ਤੋੜਨਾ, ਉਹ ਬਚਨ, ਉਹ ਖਾਧੀ ਹੋਈ ਕੁਰਾਨ ਦੀ ਕਸਮ ਤੋੜ ਦਿੱਤੀ। ਬੇਦਰੰਗ ਮੈਨੇ ਛੇਤੀ ਆਮਦੰਦ ਮੈਨੇ ਆਏ। ਜੋ ਤੇਰੇ ਸੂਰਮੇ ਬਚਨਾਂ ਦੇ ਤੋੜਨ ਵਾਲੇ ਹਨ, ਭਾਵ ਜਿਨ੍ਹਾਂ ਸੂਰਮਿਆਂ ਨੇ ਤੇਰੇ ਕਸਮ ਵਾਲੇ ਬਚਨਾਂ ਉੱਪਰ ਧਿਆਨ ਨਹੀਂ ਦਿੱਤਾ, ਉਹ ਛੇਤੀ ਹੀ ਮੇਰੇ ਤੇ ਆ ਗਏ। ਧਾਵਾ ਬੋਲ ਦਿੱਤਾ ਉਹਨਾਂ ਨੇ। ਕਿਵੇਂ ਆਏ? ਮਿਆਂ ਤੇਗ ਤੀਰੋ ਤੁਫੰਗ ਆਮਦੰਦ। ਉਹ ਤੇਗਾਂ, ਤੀਰਾਂ, ਪੱਥਿਆਂ ਤੇ ਬੰਦੂਕਾਂ ਦੇ ਨਾਲ ਲੈਸ ਹੋ ਕੇ ਜੰਗ ਦੇ ਮੈਦਾਨ ਵਿੱਚ ਮੇਰੇ ਤੇ ਆਏ। ਅਥਵਾ ਇੰਨੀ ਛੇਤੀ ਦੇ ਨਾਲ ਆਏ, ਮਿਆਂ ਤੇਗ, ਜਿਵੇਂ ਮਿਆਨ ਦੇ ਵਿੱਚੋਂ ਛੇਤੀ ਤੇਗ ਬਾਹਰ ਕੱਢੀ ਦੀ ਹੈ, ਜਿਵੇਂ ਕਮਾਨ ਦੇ ਵਿੱਚੋਂ ਤੀਰ ਨਿਕਲਦੇ ਨੇ, ਜਿਵੇਂ ਬੰਦੂਕ ਦੇ ਵਿੱਚੋਂ ਗੋਲੀਆਂ ਨਿਕਲਦੀਆਂ ਨੇ, ਇਸ ਤਰ੍ਹਾਂ ਐ ਔਰੰਗਜ਼ੇਬ ਤੇਰੇ ਸੂਰਮੇ ਜਿਹੜੇ ਨੇ ਉਹ ਛੇਤੀ ਦੇ ਨਾਲ ਆਏ। ਅਥਵਾ ਕਿ ਪੈਮਾ ਸ਼ਿਕਨ ਬੇਦ ਰੰਗ ਆਮਦੰਦ, ਮਿਆਂ ਤੇਗ ਤੀਰੋ ਤੁਫੰਗ ਆਮਦੰਦ। ਔਰੰਗਜ਼ੇਬ ਕੀਤੇ ਹੋਏ ਬਚਨ ਨੂੰ ਤੋੜ ਕੇ ਤਲਵਾਰਾਂ ਤੇ ਤੀਰਾਂ ਤੇ ਬੰਦੂਕਾਂ ਲੈ ਕੇ ਤੇਰੇ ਫੌਜੀ ਝਟਪਟ ਹੀ ਮੇਰੇ ਪਿੱਛੇ ਆ ਪਏ। ਗੁਰੂ ਗੋਬਿੰਦ ਸਿੰਘ ਮਹਾਰਾਜ ਔਰੰਗਜ਼ੇਬ ਨੂੰ ਲਿਖ ਰਹੇ ਨੇ, ਬਾਲਾਚਾਰਗੀ ਧਰਮਿਆ ਆਮਦਮ, ਬਤਦਬੀਰ ਤੀਰੋ ਤੁਫੰਗ ਆਮਦਮ। ਮਹਾਰਾਜ ਕਹਿੰਦੇ, ਦੱਸ ਔਰੰਗਜ਼ੇਬ, ਮੈਂ ਉਸ ਵਕਤ ਕੀ ਕਰਦਾ? ਮੇਰੇ ਕੋਲ ਕੋਈ ਰਸਤਾ ਨਹੀਂ ਸੀ, ਕੋਈ ਰਾਹ ਨਹੀਂ ਸੀ ਹੋਰ। ਜਦੋਂ ਕੀਤੇ ਅਹਿਦ ਨੂੰ ਤੋੜ ਕੇ ਤੇਰੇ ਫੌਜੀ ਹਥਿਆਰਾਂ ਨੂੰ ਲੈ ਕਰਕੇ ਮੇਰੇ ਪਿੱਛੇ ਝਟਪਟ ਆ ਗਏ, ਉਸ ਵੇਲੇ ਅਸੀਂ ਵੀ ਕੋਈ ਚਾਰਾ ਚੱਲਦਾ ਨਾ ਦੇਖ ਕੇ ਬਾਹ ਲਾਚਾਰਗੀ ਧਰਮਿਆ ਆਮਦਮ। ਬਾ ਮੈਨੇ ਨਾਲ ਲਾਚਾਰਗੀ, ਮਜਬੂਰ ਹੋ ਕੇ, ਮੈਂ ਲਾਚਾਰ ਸੀ ਉਸ ਵਕਤ ਔਰੰਗਜ਼ੇਬ। ਦਰ ਮੈਨੇ ਵਿੱਚ, ਮਿਆਂ ਮੈਨੇ ਜੰਗ, ਆਮਦਮ ਮੈਨੇ ਆਇਆ। ਮਹਾਰਾਜ ਕਹਿੰਦੇ ਮੈਂ ਮਜਬੂਰ ਹੋ ਕੇ ਉਦੋਂ ਫਿਰ ਜੰਗ ਦੇ ਮੈਦਾਨ ਵਿੱਚ ਆਇਆ, ਕਿਉਂਕਿ ਤੇਰੇ ਫੌਜੀਆਂ ਨੇ ਕਸਮਾਂ ਤੋੜ ਦਿੱਤੀਆਂ, ਕੀਤੇ ਹੋਏ ਵਾਅਦੇ ਤੋੜ ਦਿੱਤੇ, ਤੇ ਮੇਰੇ ਕੋਲ ਹੋਰ ਕੋਈ ਰਸਤਾ ਹੀ ਨਹੀਂ ਸੀ ਹੈਗਾ। ਮੈਂ ਲਾਚਾਰ ਸੀ, ਜੰਗ ਤੇ ਨਹੀਂ ਸੀ ਕਰਨਾ ਚਾਹੁੰਦਾ, ਪਰ ਮਜਬੂਰ ਹੋ ਕਰਕੇ ਮੈਂ ਜੰਗ ਦੇ ਮੈਦਾਨ ਦੇ ਵਿੱਚ ਆਇਆ। ਤੇ ਆਇਆ ਮੈਂ ਕਿਸ ਤਰ੍ਹਾਂ, ਇਹ ਵੀ ਸੁਣ ਲੈ। ਬਾ ਤਦਬੀਰ ਤੀਰੋ ਤੁਫੰਗ ਆਮਦਮ। ਬਾ ਮੈਨੇ ਨਾਲ, ਤਦਬੀਰ ਕਹਿੰਦੇ ਵਿਧੀ, ਪ੍ਰਬੰਧ। ਮਹਾਰਾਜ ਕਹਿੰਦੇ ਮੈਂ ਵਿਧੀ ਦੇ ਨਾਲ ਆਇਆ। ਕਿਹੜੀ ਵਿਧੀ ਦੇ ਨਾਲ? ਤੀਰੋ ਤੁਫੰਗ ਆਮਦਮ, ਤੀਰ ਲੈ ਕਰਕੇ, ਤੁਫੰਗ ਬੰਦੂਕਾਂ ਲੈ ਕਰਕੇ, ਫਿਰ ਮੈਂ ਵੀ ਸ਼ਸਤਰਾਂ ਨੂੰ ਲੈ ਕਰਕੇ, ਇਹਨਾਂ ਦਾ ਪ੍ਰਬੰਧ ਕਰਕੇ ਤੇਰੀ ਫੌਜ ਦੇ ਨਾਲ ਦੋ ਹੱਥ ਕਰਨ ਦੇ ਵਾਸਤੇ ਮਹਾਰਾਜ ਕਹਿੰਦੇ ਮੈਂ ਜੰਗ ਦੇ ਮੈਦਾਨ ਵਿੱਚ ਆਇਆ। ਔਰੰਗਜ਼ੇਬ, ਮੈਂ ਮਜਬੂਰ ਹੋ ਕੇ ਜੰਗ ਦੇ ਮੈਦਾਨ ਵਿੱਚ ਆਇਆ ਹਾਂ। ਹੋਰ ਸੁਣ, ਚੋਕਾਰ ਅਜ਼ਹਾਮਾ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਸ਼ਮ ਸ਼ੇਰ ਦਸਤ। ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਨੇ, ਐ ਔਰੰਗਜ਼ੇਬ, ਚੋ ਮੈਨੇ ਜਦੋਂ, ਕਾਰ ਮੈਨੇ ਕੰਮ, ਅਜ਼ ਮੈਨੇ ਤੂੰ, ਹਮ ਮੈਨੇ ਸਾਰੇ, ਹੀਲ ਤੇ ਬਹਾਨੇ, ਦਰ ਮੈਨੇ ਵਿੱਚ, ਗੁਜਸ਼ਤ ਮੈਨੇ ਗੁਜ਼ਰ ਜਾਏ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਔਰੰਗਜ਼ੇਬ ਜਦੋਂ ਕੰਮ ਸਾਰੇ ਹੀਲਿਆਂ ਬਹਾਨਿਆਂ ਤੋਂ ਲੰਘ ਜਾਵੇ, ਭਾਵ ਕਿ ਸ਼ਾਮ ਦਾਮ ਭੇਦ ਦੁਆਰਾ ਜਦ ਕੋਈ ਕੰਮ ਨਾ ਹੋ ਸਕੇ, ਹਲਾਲ ਅਸਤ ਕਹਿੰਦੇ, ਹਲਾਲ ਮੈਨੇ ਜਾਇਜ਼, ਅਸਤ ਮੈਨੇ ਹੈ, ਜਾਇਜ਼ ਹੈ ਉਦੋਂ, ਧਰਮ ਹੈ ਇਹ ਉਦੋਂ। ਬੁਰਦਨ, ਬੁਰਦਨ ਕਹਿੰਦੇ ਨੇ ਲੈ ਜਾਣਾ,
बा मैंने उपर, शमशेर मैंने तलवार, दस्त मैंने हथ। ਜਦੋਂ ਸਾਰਿਆਂ ਹੀਲਿਆਂ ਤੋਂ ਬਹਾਨਿਆਂ ਤੋਂ ਕੰਮ ਲੰਘ ਜਾਵੇ, ਭਾਵ ਸਿਰ ਦੇ ਉੱਤੋਂ ਦੀ ਪਾਣੀ ਲੰਘ ਜਾਏ, ਮਹਾਰਾਜ ਕਹਿੰਦੇ ਉਦੋਂ ਇਹ ਜਾਇਜ਼ ਹੈ ਕਿ ਮਨੁੱਖ ਤਲਵਾਰ ਦੇ ਮੁੱਠੇ ਤੇ ਆਪਣਾ ਹੱਥ ਲੈ ਜਾਏ। ਉਦੋਂ ਸ਼ਸਤਰ ਚੁੱਕਣਾ ਜਾਇਜ਼ ਹੈ ਜਦੋਂ ਸਾਰਿਆਂ ਹੀਲਿਆਂ ਤੋਂ ਕੰਮ ਲੰਘ ਜਾਏ। ਚੌਕਾਰ ਅਜ਼ ਹਮਹਾ ਹੀਲ ਤੇ ਦਰਗੁਜਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੇਰ ਦਸਤ। ਉਦੋਂ ਫਿਰ ਤਲਵਾਰ ਦੇ ਮੁੱਠੇ ਤੇ ਹੱਥ ਪਾਉਣਾ ਇਹ ਜਾਇਜ਼ ਹੈ, ਇਹ ਧਰਮ ਹੈ। ਚੇਕਸ ਮੇ ਕੋਰਾ ਮਨ ਕੁਨਮ ਐਤਬਾਰ, ਵਗਰ ਨਹ ਤੋ ਗੋਈ ਮਨ ਈ ਰਹਿ ਚੇਕਾਰ। ਛੇ ਮੈਨੇ ਕੀ ਕਸਮੇ ਕੁਰਾਨ ਦੀ ਕਸਮ, ਮਨ ਮੈਨੇ ਮੈਂ, ਕੁਨਮ ਮੈਨੇ ਕਰਾਂ ਐਤਬਾਰ ਭਰੋਸਾ। ਔਰੰਗਜ਼ੇਬ ਜਿਹੜੀਆਂ ਕੁਰਾਨ ਦੀਆਂ ਕਸਮਾਂ ਤੁਸੀਂ ਖਾਧੀਆਂ ਤੇ ਮੁੱਕਰ ਗਏ, ਤੇਰੀ ਫੌਜ ਮੇਰੇ ਤੇ ਧਾਵਾ ਬੋਲ ਕੇ ਆ ਗਈ, ਹੁਣ ਤੂੰ ਹੀ ਦੱਸ ਵੀ ਤੇਰੀ ਖਾਧੀ ਹੋਈ ਕੁਰਾਨ ਦੀ ਕਸਮ ਤੇ ਮੈਂ ਕੀ ਭਰੋਸਾ ਕਰਾਂ, ਕੀ ਯਕੀਨ ਰੱਖਾਂ ਕਿ ਤੂੰ ਮਰਦ ਹੈ। ਬਚਨਾਂ ਨੂੰ ਕਰਕੇ, ਕਸਮਾਂ ਨੂੰ ਖਾ ਕੇ ਮੁਕਰਨ ਵਾਲੇ, ਮੈਂ ਕੀ ਭਰੋਸਾ ਕਰਾਂ ਤੇਰੀ ਕੁਰਾਨ ਦੀ ਕਸਮ ਤੇ। ਵਗਰ ਨਹ ਤੋ ਗੋਈ ਮਨ ਈ ਰਹਿ ਚੇਕਾਰ, ਵਗਰਨਾ ਮੈਨੇ ਨਹੀਂ ਤਾਂ, ਤੋ ਮੈਨੇ ਤੂੰ, ਗੋਈ ਮੈਨੇ ਮੈਨੂੰ ਦੱਸ, ਮਨ ਮੈਨੇ ਮੈਂ ਮੈਨੂੰ, ਈ ਰਹਿ ਚੇਕਾਰ, ਈ ਮੈਨੇ ਇਸ, ਰਹਿ ਮੈਨੇ ਰਾਹ ਤੇ ਰਸਤੇ ਤੇ, ਚੇ ਮੈਨੇ ਕੀ, ਕਾਰ ਮੈਨੇ ਕੰਮ। ਮਹਾਰਾਜ ਕਹਿੰਦੇ ਫਿਰ ਤੂੰ ਹੀ ਦੱਸ ਵੀ ਮੈਂ ਇਸ ਰਸਤੇ ਤੇ ਕੀ ਕੰਮ ਕਰਨ ਲਈ ਆਉਣਾ ਸੀ। ਜਦੋਂ ਤੁਸੀਂ ਕੁਰਾਨ ਦੀਆਂ ਕਸਮਾਂ ਖਾ ਕੇ ਮੁੱਕਰ ਗਏ ਤੇ ਮਜਬੂਰਨ ਮੈਨੂੰ ਇਹ ਜੰਗ ਦਾ ਰਸਤਾ ਅਖਤਿਆਰ ਕਰਨਾ ਪਿਆ, ਅਪਣਾਉਣਾ ਪਿਆ। ਤੇਰੀ ਕੁਰਾਨ ਦੀ ਕਸਮ ਉੱਪਰ ਮੈਂ ਕੀ ਭਰੋਸਾ ਕਰਾਂ, ਕਿਉਂਕਿ ਭਰੋਸਾ ਕੀਤਾ ਹੈ ਤੇ ਤੁਸੀਂ ਉਹ ਬਚਨ ਤੋੜ ਦਿੱਤੇ। ਹੁਣ ਤੂੰ ਹੀ ਦੱਸ ਕਿ ਮੇਰਾ ਇਸ ਰਸਤੇ ਤੇ ਆਉਣ ਦਾ ਕੰਮ ਕੀ ਸੀ। ਭਾਵ ਮੈਂ ਜੰਗ ਨਹੀਂ ਸੀ ਕਰਨਾ ਚਾਹੁੰਦਾ, ਪਰ ਮਜਬੂਰ ਹੋ ਕਰਕੇ ਮੈਨੂੰ ਇਹ ਜੰਗ ਕਰਨੀ ਪਈ ਹੈ। ਔਰੰਗਜ਼ੇਬ ਨਾ ਦਾਨਮ ਕੇ ਈ ਮਰਦ ਰੋ ਬਾਹ ਪੇਚ, ਵਗਰ ਹਰਗਿਜ਼ੀ ਰਹਿ ਨਿਆਰਦ ਬਾਹੇਚ। ਮਹਾਰਾਜ ਲਿਖਦੇ ਨੇ ਔਰੰਗਜ਼ੇਬ ਨਾ ਦਾਨਮ ਕਿ ਈ ਮਰਦ ਰੋ ਬਾਹ ਪੇਚ, ਮੈਂ ਨਹੀਂ ਸੀ ਜਾਣਦਾ ਵੀ ਤੂੰ ਆਪਣੇ ਆਪ ਨੂੰ ਵੱਡਾ ਮਰਦ ਕਹਾਉਣਾ ਹੈ। ਮਰਦ ਉਹ ਹੁੰਦਾ ਜਿਹੜਾ ਬਚਨਾਂ ਦਾ ਬਲੀ ਹੋਵੇ। ਅੱਗੇ ਮਹਾਰਾਜ ਜ਼ਿਕਰ ਕਰਨਗੇ ਵੀ ਮਰਦ ਉਹ ਹੈ ਜਿਹੜਾ ਬਚਨਾਂ ਤੇ ਟਿਕਿਆ ਰਵੇ। ਨਾ ਦਾਨਮ ਮੈਂ ਨਹੀਂ ਸੀ ਜਾਣਦਾ ਕਿ ਈ ਮਰਦ, ਇਹ ਜੋ ਤੂੰ ਔਰੰਗਜ਼ੇਬ ਤੂੰ ਮਰਦ ਹੋ ਕਰਕੇ ਰੋਬਾਹ ਪੇਚ, ਲੂੰਬੜੀ ਵਾਂਗੂ ਦਾ ਪੇਚ ਖੇਡਦਾ ਹੈ। ਰੋਬਾਹ ਕਹਿੰਦੇ ਨੇ ਲੂੰਬੜੀ ਨੂੰ, ਪੇਚ ਫਰੇਬ ਕਰਨਾ। ਮਹਾਰਾਜ ਕਹਿੰਦੇ ਲੂੰਬੜੀ ਵਾਂਗ ਤੂੰ ਦਾ ਪੇਚ ਖੇਡਦਾ ਹੈ। ਆਪ ਮੈਦਾਨ ਦੇ ਜੰਗ ਦੇ ਵਿੱਚ ਸਾਹਮਣੇ ਕਿਉਂ ਨਹੀਂ ਆਉਂਦਾ? ਜੇ ਤੂੰ ਐਡਾ ਹੀ ਵੱਡਾ ਮਰਦ ਸੀ ਤੇ ਤਲਵਾਰ ਲੈ ਕਰਕੇ ਆਪ ਜੰਗ ਦੇ ਮੈਦਾਨ ਦੇ ਵਿੱਚ ਮੇਰੇ ਸਾਹਮਣੇ ਆਉਂਦਾ ਤੇ ਆਪਣਾ ਦੋਵਾਂ ਦਾ ਆਹਮਣੇ ਸਾਹਮਣੇ ਮੁਕਾਬਲਾ ਹੁੰਦਾ। ਦੂਜਿਆਂ ਨੂੰ, ਸੂਰਮਿਆਂ ਨੂੰ ਧਰਤੀ ਵਿੱਚ ਲਿਟਾ ਦਿੱਤਾ ਤੂੰ। ਅਨੇਕਾਂ ਹੀ ਮਾਵਾਂ ਦੇ ਵੀਰ ਸਪੂਤ ਸਦਾ ਦੀ ਨੀਂਦੇ ਧਰਤੀ ਤੇ ਸੌਂ ਗਏ, ਗਰਕ ਹੋ ਗਏ। ਤੂੰ ਵੱਡਾ ਸੂਰਮਾ ਸੀ ਤੇ ਸਾਹਮਣੇ ਆਉਂਦਾ ਆ ਲੋਂਬੜੀ ਵਾਂਗ ਦਾ ਪੇਚ ਇਹ ਖੇਡਦਾ ਹੈ, ਫਰੇਬੀ ਹੈ ਤੂੰ। ਵਗਰ ਹਰਗਿਜ਼ੀ ਰਹਿ ਨਿਆਰਦ ਬਾਹੇਚ, ਵਗਰ ਮੈਨੇ ਨਹੀਂ ਤਾਂ, ਹਰਗਿਜ਼ੀ ਹਰਗਿਜ਼ ਵੀ, ਕਦਾਚਿਤ ਵੀ, ਰਹਿ ਮੈਨੇ ਇਸ ਰਸਤੇ ਤੇ, ਨਿਆਰਦ ਮੈਨੇ ਨਾ ਆਉਂਦਾ ਬਹੇਚ ਬਹਾਨੇ। ਮਹਾਰਾਜ ਕਹਿੰਦੇ ਨਹੀਂ ਤਾਂ ਕਦਾਚਿਤ ਵੀ, ਕਿਸੇ ਵੀ ਬਹਾਨੇ ਦੇ ਨਾਲ ਮੈਂ ਇਸ ਰਸਤੇ ਤੇ ਨਾ ਆਉਂਦਾ। ਇਹ ਤੇਰੇ ਕਰਕੇ ਮੈਨੂੰ ਜੰਗ ਦਾ ਰਸਤਾ ਅਖਤਿਆਰ ਕਰਨਾ ਪਿਆ, ਅਪਣਾਉਣਾ ਪਿਆ। ਮੈਂ ਜੰਗ ਨਹੀਂ ਸੀ ਕਰਨਾ ਚਾਹੁੰਦਾ। ਅੱਗੇ ਮਹਾਰਾਜ ਲਿਖਦੇ ਨੇ, ਐ ਔਰੰਗਜ਼ੇਬ ਹੋਰ ਸੁਣ। ਹਰਾਂ ਕਸ ਕੇ ਕੌਲੇ ਕੁਰਾਂ ਆਏ ਦਸ਼, ਨਜ਼ੋ ਬਸ਼ਤਨੋ ਕੁਸ਼ਤਨੋ ਬਾਏ ਦਸ। ਐ ਔਰੰਗਜ਼ੇਬ ਹਰਾਂ ਕਸ ਕੇ ਕੌਲੇ, ਹਰ ਕੋਈ ਉਹ ਬੰਦਾ ਜਿਹੜਾ ਕੁਰਾਨ ਦੀ ਕਸਮ ਦੇ ਉੱਪਰ ਭਰੋਸਾ ਕਰਦਾ ਹੈ। ਆਇਦਸ਼ ਮੈਨੇ ਆਵੇ। ਹੁਣ ਨੀਤੀ ਦੀ ਗੱਲ ਸੁਣ, ਜਿਹੜਾ ਵੀ ਕੋਈ ਪੁਰਸ਼ ਜਾਂ ਮਨੁੱਖ ਕੁਰਾਨ ਦੀ ਸਹੁੰ ਦੇ ਥੱਲੇ ਆ ਜਾਵੇ, ਭਾਵ ਉਸ ਸਹੁੰ ਤੇ ਭਰੋਸਾ ਕਰੇ, ਨਜ਼ੋ ਬਸਤਨੋਂ
ਨਜ਼ੋ ਮੈਨੇ ਨਾ ਤਾਂ ਬਸ਼ਤ ਨੂੰ ਉਸ ਨੂੰ ਬੰਨਣਾ ਚਾਹੀਦਾ ਹੈ, ਕੈਦ ਕਰਨਾ ਚਾਹੀਦਾ ਹੈ, ਤੇ ਕੁਸ਼ਤ ਨੂੰ ਤੇ ਨਾ ਹੀ ਉਸ ਨੂੰ ਕੋਹਣਾ ਚਾਹੀਦਾ ਹੈ, ਭਾਵ ਕਤਲ ਕਰਨਾ ਚਾਹੀਦਾ ਹੈ। ਬਾਇਦਸ ਦਾ ਅਰਥ ਹੁੰਦਾ ਚਾਹੀਦਾ। ਜੇ ਕੋਈ ਮਨੁੱਖ ਕੁਰਾਨ ਦੀ ਕਸਮ ਤੇ ਭਰੋਸਾ ਕਰਦਾ ਹੈ ਨਾ, ਫਿਰ ਨਾ ਤਾਂ ਉਹਨੂੰ ਕੈਦ ਕਰਨਾ ਚਾਹੀਦਾ ਹੈ, ਨਾ ਹੀ ਉਸ ਨੂੰ ਕਤਲ ਕਰਨਾ ਚਾਹੀਦਾ, ਕੋਹਣਾ ਚਾਹੀਦਾ ਹੈ। ਇਹ ਗੱਲ ਨੀਤੀ ਦੀ ਹੈ। ਪਰ ਤੇਰੇ ਫੌਜੀ ਸਿਪਾਹੀ, ਤੇਰੀ ਫੌਜ ਸਹੁਆਂ ਨੂੰ ਤੋੜ ਕੇ ਸਾਨੂੰ ਫੜਨ ਆ ਗਈ, ਮਾਰਨ ਆ ਗਈ। ਕਸਮਾਂ ਖਾਧੀਆਂ ਤੇ ਅਸੀਂ ਆਨੰਦਪੁਰੀ ਨੂੰ ਛੱਡ ਦਿੱਤਾ, ਪਰ ਤੇਰੀ ਫੌਜ ਨੇ ਪਿੱਛਾ ਕੀਤਾ। ਸਰਸਾ ਨੂੰ ਅਸੀਂ ਪਾਰ ਕੀਤਾ, ਉੱਥੇ ਵੀ ਪਿੱਛਾ ਕੀਤਾ, ਪਿੱਛੇ ਨਾ ਹਟੀ। ਹੋਰ ਕੋਈ ਰਾਹ ਨਹੀਂ ਸੀ ਮੇਰੇ ਵਾਸਤੇ। ਬਾਰੰਗੇ ਮਗਸ ਸਿਆਹ ਪੋਸ਼ ਆਮਦੰਦ, ਬਾਇਕ ਬਾਰਗੀ ਦਰ ਖਰੋਸ਼ ਆਮਦੰਦ। ਬਾਰੰਗੇ, ਬਾ ਮੈਨੇ ਸਾਥ, ਰੰਗੇ ਮੈਨੇ ਰੰਗ। ਮਗਸ ਕਹਿੰਦੇ ਨੇ ਮੱਖੀਆਂ, ਸਿਆਹ ਮੈਨੇ ਕਾਲੀਆਂ, ਪੋਸ਼ ਮੈਨੇ ਪੁਸ਼ਾਕਾਂ, ਆਮਦੰਦ ਮੈਨੇ ਆਏ। ਔਰੰਗਜ਼ੇਬ, ਜਿਹੜੇ ਤੇਰੇ ਸਿਪਾਹੀ ਫੌਜੀ ਨੇ ਨਾ, ਇਹ ਕਾਲੀਆਂ ਮੱਖੀਆਂ ਵੱਤ ਕਾਲੇ ਰੰਗ ਦੇ ਪੁਸ਼ਾਕਿਆਂ ਨਾਲ ਤੇਰੇ ਸੂਰਮੇ ਆਏ। ਬਾ ਯਕ ਬਾਰਗੀ ਦਰ ਖਰੋਸ਼ ਆਮਦੰਦ, ਬਾ ਮੈਨੇ ਸਾਥ, ਯਕ ਮੈਨੇ ਇੱਕ, ਬਾਰਗੀ ਮੈਨੇ ਇੱਕੋ ਵਾਰ, ਦਰ ਮੈਨੇ ਵਿੱਚ, ਖਰੋਸ਼ ਡੰਡਰੌਲੀ ਭਾਵ ਰੌਲਾ ਗੌਲਾ ਹੋਇਆ, ਤੇ ਆਮਦੰਦ ਆਏ। ਤੇਰੇ ਜਿਹੜੇ ਸੂਰਮੇ ਸਿਪਾਹੀ ਉਹ ਆਏ ਇੱਕੋ ਵਾਲ ਰੌਲਾ ਗੌਲਾ ਕਰਦੇ ਹੋਏ। ਕਾਲੀਆਂ ਪੁਸ਼ਾਕਾਂ ਵਾਲੇ ਤੇਰੇ ਸੂਰਮੇ ਮੱਖੀਆਂ ਵਾਂਗੂ ਆ ਪਏ, ਰੌਲਾ ਗੌਲਾ ਪਾਉਂਦੇ ਹੋਏ ਉਹ ਹੱਲਾ ਕਰਕੇ ਇੱਕੋ ਵਾਰੀ ਆਏ ਮੇਰੇ ਤੇ। ਹਰਾਂ ਕਸ ਜ਼ੇ ਵਾਰ ਆਮਦ ਬਰੂ, ਬਖੁਰਦਨ ਯਕੇ ਤੀਰ ਸੁਧ ਗਰਕ ਖੂਨ। ਫਿਰ ਔਰੰਗਜ਼ੇਬ ਦੇਖ, ਜਦੋਂ ਤੇਰੀ ਫੌਜ ਆਈ 10 ਲੱਖ ਦੀ ਗਿਣਤੀ ਵਿੱਚ, ਹਰਾਂ ਕਸ ਜ਼ੇ, ਜਿਹੜਾ ਵੀ ਕੋਈ ਤੇਰਾ ਸੂਰਮਾ, ਦੇਵਾਰ ਜਿਹੜੀ ਕੰਧ ਸੀ ਨਾ, ਕੰਧ ਤੋਂ ਬਰੂ ਮੈਨੇ ਬਾਹਰ, ਆਮਦ ਮੈਨੇ ਆਇਆ। ਜਿਹੜਾ ਵੀ ਕੋਈ ਤੇਰਾ ਸੂਰਮਾ ਕੰਧ ਤੋਂ ਬਾਹਰ ਆਇਆ, ਭਾਵ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਆਇਆ। ਗੜੀ ਤੋਂ ਅਸੀਂ ਦੇਖਿਆ ਵੀ ਜਿਹੜਾ ਵੀ ਕੋਈ ਤੇਰਾ ਸੂਰਮਾ ਵੱਡਾ ਮੁਗਲ ਜਰਨੈਲ ਸਾਹਮਣੇ ਆ ਗਿਆ ਨਾ, ਕੰਧ ਤੋਂ ਸਾਹਮਣੇ ਆ ਗਿਆ, ਸਾਡੀਆਂ ਅੱਖਾਂ ਦੇ ਸਾਹਮਣੇ ਆਇਆ। ਬਖੁਰਦਨ ਯਕੇ ਤੀਰ ਸੁਧ ਗਰਕ ਖੂੰ। ਔਰੰਗਜ਼ੇਬ, ਬਾ ਮੈਨੇ ਨਾਲ, ਖੁਰਦਨ ਮੈਨੇ ਖਾ ਕੇ, ਯਕੇ ਤੀਰ ਇੱਕ ਤੀਰ, ਸੁਧ ਮੈਨੇ ਹੋ ਗਿਆ, ਗਰਕ ਗਿਆ ਖੂਨ ਮੈਨੇ ਖੂਨ ਦੇ ਨਾਲ, ਖੂਨ ਦੇ ਵਿੱਚ। ਜਿਹੜਾ ਵੀ ਕੋਈ ਤੇਰਾ ਸੂਰਮਾ ਸਾਡੀਆਂ ਅੱਖਾਂ ਦੇ ਸਾਹਮਣੇ ਆ ਗਿਆ ਨਾ, ਉਹ ਸਾਡੇ ਇੱਕ ਹੀ ਤੀਰ ਦੇ ਖਾਣ ਨਾਲ ਖੂਨ ਦੇ ਵਿੱਚ ਗਰਕ ਹੋ ਗਿਆ, ਉਹ ਮਰ ਗਿਆ। ਜਿਹੜਾ ਸਾਹਮਣੇ ਆਇਆ ਉਹਨੂੰ ਮੈਂ ਬਖਸ਼ਿਆ ਨਹੀਂ, ਮਾਰ ਮੁਕਾਇਆ। ਅੱਗੇ ਸੁਣ ਔਰੰਗਜ਼ੇਬ, ਕਿ ਬੇਰੂ ਨੇ ਆਮਦ ਕਸੇ ਜਾਂ ਦੀਵਾਰ, ਨਾ ਖੁਰਦੰਦ ਤੀਰੋ ਨਾ ਗਸ਼ਤੰਦ ਖੁਆਰ। ਕਿ ਮੈਨੇ ਜੋ ਸੂਰਮਾ ਤੇਰਾ, ਬੇਰੂ ਮੈਨੇ ਬਾਹਰ, ਨਿਆਮਦ ਨਹੀਂ ਆਇਆ, ਕਸੇ ਜਿਹੜਾ ਵੀ ਕੋਈ, ਜਾਂ ਮੈਨੇ ਤੋਂ, ਦੀਵਾਰ ਮੈਨੇ ਦੀਵਾਰ ਤੋਂ। ਜਿਹੜਾ ਵੀ ਕੋਈ ਸੂਰਮਾ ਕੰਧ ਤੋਂ ਬਾਹਰ ਨਹੀਂ ਆਇਆ, ਭਾਵ ਜੋ ਸਾਡੇ ਸਾਹਮਣੇ ਨਹੀਂ ਆਇਆ, ਨਾ ਖੁਰਦੰਦ ਤੀਰੋ, ਕਹਿੰਦੇ ਉਹਨੇ ਤੀਰਾਂ ਨੂੰ ਨਹੀਂ ਖਾਧਾ, ਨਾ ਗਸ਼ਤੰਦ ਖੁਆਰ, ਤੇ ਨਾ ਹੀ ਉਹ ਖੁਆਰ ਹੋਇਆ। ਭਾਵ ਕਿ ਤੀਰ ਖਾ ਕੇ ਖੁਆਰ ਨਾ ਹੋਇਆ, ਭਾਵ ਉਹ ਬਚ ਗਿਆ। ਜਿਹੜਾ ਤਾਂ ਸਾਹਮਣੇ ਆਇਆ ਉਹ ਤਾਂ ਸਾਡੇ ਤੀਰਾਂ ਦਾ ਸ਼ਿਕਾਰ ਹੋ ਗਿਆ, ਤੇ ਜਿਹੜਾ ਸਾਹਮਣੇ ਨਹੀਂ ਆਇਆ ਉਹ ਬਚ ਗਿਆ, ਉਹਨੇ ਤੀਰ ਨਹੀਂ ਖਾਧੇ। ਚੌਦੀਦਮ ਕੇ ਨਾਹਰ ਬੇਆਮਦ ਬਜੰਗ, ਚਸ਼ੀਦ ਹੈ ਯਕੇ ਤੀਰ ਤਨ ਬੇਦ ਰੰਗ। ਔਰੰਗਜ਼ੇਬ, ਜਿਸ ਵੇਲੇ ਮੈਨੇ ਜਦੋਂ ਦੀਦਮ ਮੈਨੇ ਮੈਂ ਵੇਖਿਆ ਕਿ ਜਿਹੜਾ ਤੇਰਾ ਨਾਹਰ ਖਾਨ ਮੁਗਲ ਜਰਨੈਲ ਸੂਰਮਾ ਸੀ, ਬੇਆਮਦ ਮੈਨੇ ਆਇਆ, ਬਜੰਗ ਮੈਨੇ ਲੜਾਈ ਵਾਸਤੇ ਜੰਗ ਦੇ ਮੈਦਾਨ ਵਿੱਚ। ਮਹਾਰਾਜ ਕਹਿੰਦੇ ਜਦੋਂ ਮੈਂ ਵੇਖਿਆ ਚਮਕੌਰ ਦੇ ਵਿੱਚ ਵੀ ਤੇਰਾ ਮੁਗਲ ਜਰਨੈਲ ਸੂਰਮਾ ਨਾਹਰ ਖਾਂ ਜੰਗ ਦੇ ਵਿੱਚ ਆਇਆ, ਚਸ਼ੀਦ ਹੈ ਯਕੇ ਤੀਰ, ਚਸ਼ੀਦ ਮੈਨੇ ਮੈਂ ਉਹਨੂੰ ਛਕਾ ਦਿੱਤਾ, ਯਕੇ ਤੀਰ ਇੱਕ ਤੀਰ। ਮਹਾਰਾਜ ਕਹਿੰਦੇ ਮੈਂ ਉਹਨੂੰ ਇੱਕ ਤੀਰ ਚਖਾਇਆ, ਤਨ ਬੇਦ ਰੰਗ, ਬੇਦ ਰੰਗ ਕਹਿੰਦੇ ਨੇ ਛੇਤੀ ਨੂੰ, ਬੜੀ ਛੇਤੀ ਦੇ ਨਾਲ
ਆਪਣੇ ਭੱਠੇ ਵਿੱਚੋਂ ਤੀਰ ਕੱਢ ਕੇ ਮੈਂ ਕਮਾਨ ਤੇ ਚੜਾ ਕੇ ਚਲਾਇਆ ਤੇ ਤੇਰੇ ਉਸ ਮੁਗਲੀਆ ਜਰਨੈਲ ਨਾਹਰ ਖਾਂ ਦੇ ਵਿੱਚੋਂ ਮੈਂ ਤੀਰ ਪਾਰ ਕਰ ਦਿੱਤਾ ਤੇ ਉਹ ਚਮਕੌਰ ਦੇ ਵਿੱਚ ਮਰ ਗਿਆ। ਬੜਾ ਵੱਡਾ ਸੂਰਮਾ ਕਹਾਉਂਦਾ ਸੀ ਤੇਰਾ ਨਾਹਰ ਖਾਨ, ਮੈਂ ਆਪਣੇ ਤੀਰ ਦੇ ਨਾਲ ਮਾਰਿਆ ਹੈ। ਤੇ ਜਦੋਂ ਉਹ ਮਰ ਗਿਆ ਨਾ ਨਾਹਰ ਖਾਨ, ਹਮ ਆਖਰ ਗੁਰੇਜ਼ਤ ਬਜਾਏ ਮੁਸਾਫ ਬਸੇ ਖਾਨਾ ਖੁਰਦੰਦ ਬੇਰੂ ਗਜ਼ਾਫ। ਹਮ ਆਖਰ ਅੰਤ ਨੂੰ ਗੁਰੇਜ਼ਤ ਮੈਨੇ ਦੌੜ ਗਏ। ਜਦੋਂ ਨਾਹਰ ਖਾਨ ਨੂੰ ਮੈਂ ਮਾਰ ਦਿੱਤਾ ਔਰੰਗਜ਼ੇਬ, ਤੇ ਜਿਹੜੇ ਉਹਦੇ ਨਾਲ ਪਠਾਨ ਆਏ ਸੀ ਉਹ ਦੌੜ ਗਏ। ਬਾ ਮੈਨੇ ਵਿੱਚੋਂ ਜਾਏ ਮੈਨੇ ਜਗ੍ਹਾ ਮੁਸਾਫ ਮੈਨੇ ਜੰਗ। ਜਦੋਂ ਨਾਹਰ ਖਾਨ ਮਰ ਗਿਆ ਉਹਦੇ ਨਾਲ ਜਿਹੜੇ ਪਠਾਨ ਆਏ ਸੀ ਉਹ ਜੰਗ ਦੀ ਜਗ੍ਹਾ ਵਿੱਚੋਂ ਦੌੜ ਗਏ ਵੀ ਮਰ ਗਿਆ, ਹੁਣ ਪਿੱਛੇ ਭੱਜ ਜਾਓ, ਪਤਾ ਨਹੀਂ ਅੱਗੇ ਕੀ ਬਣਨਾ। ਬਸੇ ਖਾਨਾ, ਬਸੇ ਮੈਨੇ ਬਹੁਤ ਖਾਨਾ, ਜਿਹੜੇ ਤੇਰੇ ਪਠਾਨ ਖੁਰਦੰਦ ਚੰਗੇ ਚੰਗੇ ਖਾਣਿਆਂ ਨੂੰ ਖਾਂਦੇ ਸੀ, ਬੱਕਰੇ ਖਾ ਜਾਂਦੇ ਸੀ, ਜਿਹੜੇ ਚੰਗੇ ਚੰਗੇ ਖਾਣਿਆਂ ਨੂੰ ਖਾਂਦੇ ਸੀ, ਤਕੜੇ ਸਰੀਰਾਂ ਵਾਲੇ ਸਨ। ਬੇਰੂ ਗਜ਼ਾਫ, ਬੇਰੂ ਮੈਨੇ ਜਿਹੜੇ ਬਾਹਰ ਬੈਠੇ ਗਜ਼ਾਫ ਗੱਫਾਂ ਮਾਰਦੇ ਸੀ, ਜਿਹੜੇ ਬਾਹਰ ਬੈਠੇ ਗੱਪਾਂ ਮਾਰਦੇ ਸੀ ਨਾ ਵੀ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਕੰਨੋਂ ਫੜ ਕੇ ਲੈ ਆਵਾਂਗੇ, ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਆਓ ਕਰ ਦਿਆਂਗੇ, ਜੇ ਕਰ ਦਿਆਂਗੇ, ਔਰੰਗਜ਼ੇਬ ਦੇ ਸਾਹਮਣੇ ਪੇਸ਼ ਕਰਾਂਗੇ। ਜਦੋਂ ਨਾਹਰ ਖਾਨ ਮਰ ਗਿਆ, ਐ ਔਰੰਗਜ਼ੇਬ ਜਿਹੜੇ ਨਾਲ ਦੇ ਪਠਾਨ ਬਾਹਰ ਬੈਠੇ ਗੱਪਾਂ ਮਾਰਨ ਵਾਲੇ ਸਨ ਨਾ, ਉਹ ਸਾਰੇ ਹੀ ਦੌੜ ਗਏ, ਕੋਈ ਵੀ ਮੇਰੇ ਸਾਹਮਣੇ ਨਾ ਆਇਆ ਤੇਰਾ ਮੁਗਲੀਆ ਜਰਨੈਲ। ਕਿ ਅਫਗਾਨ ਦੀਗਰ ਬੇਆਮਦ ਬਜੰਗ ਜੋ ਸੈਲੇ ਰਵਾ ਹਮ ਚੋ ਤੀਰੋ ਤੋਂ ਫੰਗ। ਔਰੰਗਜ਼ੇਬ ਉਸ ਤੋਂ ਬਾਅਦ ਇੱਕ ਤੇਰਾ ਜਰਨੈਲ ਆਇਆ ਕਿ ਅਫਗਾਨ, ਜੋ ਅਫਗਾਨ ਖਾਨ ਸੀ, ਅਫਗਾਨ ਖਾਨ ਨਾਮ ਦਾ ਸੂਰਮਾ, ਦੀਗਰ ਉਹ ਦੂਸਰਾ, ਬੇਆਮਦ ਮੈਨੇ ਆਇਆ ਬਜੰਗ ਮੈਨੇ ਜੰਗ ਵਿੱਚ। ਫਿਰ ਤੇਰਾ ਦੂਸਰਾ ਸੂਰਮਾ ਅਫਗਾਨ ਖਾਨ ਜੰਗ ਦੇ ਮੈਦਾਨ ਵਿੱਚ ਆਇਆ ਤੇ ਉਹ ਕਿਸ ਤਰ੍ਹਾਂ ਆਇਆ? ਜੋ ਮੈਨੇ ਮਨਿੰਦ ਸੈਲੇ, ਸੈਲ ਦਾ ਅਰਥ ਪਹਾੜ ਹੁੰਦਾ, ਰਵਾਂ ਹਮ ਚੋ ਤੀਰੋ ਤੁਫੰਗ। ਮਹਾਰਾਜ ਕਹਿੰਦੇ ਜਿਵੇਂ ਪਹਾੜਾਂ ਤੋਂ ਤੇਜ਼ ਪਾਣੀ ਆਉਂਦਾ ਹੈ, ਕਮਾਨਾਂ ਦੇ ਵਿੱਚੋਂ ਜਿਵੇਂ ਤੀਰ ਨਿਕਲਦੇ ਨੇ, ਬੰਦੂਕ ਵਿੱਚੋਂ ਜਿਵੇਂ ਗੋਲੀਆਂ ਨਿਕਲਦੀਆਂ ਨੇ, ਇਸ ਤਰ੍ਹਾਂ ਤੇਰਾ ਉਹ ਦੂਸਰਾ ਸੂਰਮਾ ਅਫਗਾਨ ਖਾਨ ਤੇਜ਼ੀ ਦੇ ਨਾਲ ਸਾਹਮਣੇ ਆਇਆ ਮੇਰੇ ਨਾਲ ਲੜਨ ਵਾਸਤੇ। ਉਹ ਸਾਹਮਣੇ ਆਇਆ ਤੇ ਅਫਗਾਨ ਖਾਨ ਨੇ ਆਉਂਦਿਆਂ ਸਾਰ ਕੀ ਕੀਤਾ? ਬਸੇ ਹਮਲਾ ਕਰ ਦੰਦ ਬਾ ਮਰਦਾਨਗੀ ਹਮ ਅਜ਼ ਹੋਸ਼ਗੀ ਹਮ ਜੇ ਦੀਵਾਨਗੀ। ਮਹਾਰਾਜ ਕਹਿੰਦੇ ਔਰੰਗਜ਼ੇਬ ਬਸੇ ਮੈਨੇ ਬਹੁਤੇ ਹਮਲੇ ਮੈਨੇ ਹਮਲੇ ਕਰਦੰਦ ਮੈਨੇ ਕੀਤੇ। ਤੇਰਾ ਜਿਹੜਾ ਅਫਗਾਨ ਖਾਨ ਸੂਰਮਾ ਆਇਆ ਨਾ, ਉਹਨੇ ਸਾਹਮਣੇ ਆ ਕੇ ਬਾ ਮਰਦਾਨਗੀ, ਬੜੀ ਮਰਦਾਨਗੀ ਦੇ ਨਾਲ, ਮਹਾਰਾਜ ਨੇ ਬਹਾਦਰਤਾਈ ਵੀ ਲਿਖੀ ਉਹਦੀ, ਕਹਿੰਦੇ ਵੀ ਤੇਰਾ ਅਫਗਾਨ ਖਾਨ ਸੂਰਮਾ ਸੀ ਨਾ ਜਿਹੜਾ, ਉਹਨੇ ਬੜੀ ਸੂਰਮਤਾ ਦੇ ਨਾਲ, ਬਹਾਦਰਤਾਈ ਦੇ ਨਾਲ ਹਮਲੇ ਕੀਤੇ। ਹਮ ਅਜ਼ ਹੋਸ਼ਗੀ, ਹਮ ਨੇ ਬਹੁਤ ਸਾਰੇ, ਹਮ ਅਜ਼ ਹੋਸ਼ਗੀ, ਤੇ ਬਹੁਤੇ ਹੱਲੇ ਜਿਹੜੇ ਉਹਨੇ ਕੀਤੇ ਉਹ ਹੋਸ਼ਗੀ, ਹੁਸ਼ਿਆਰੀ ਦੇ ਨਾਲ, ਅਕਲਮੰਦੀ ਦੇ ਨਾਲ ਕੀਤੇ ਅਫਗਾਨ ਖਾਨ ਨੇ। ਹਮ ਜੇ ਦੀਵਾਨਗੀ, ਤੇ ਕੁਝ ਹੱਲੇ ਜਿਹੜੇ ਉਹਨੇ ਦੀਵਾਨਗੀ, ਝੱਲਪੁਣੇ ਵਿੱਚ ਕੀਤੇ, ਬੇਹੋਸ਼ੀ ਦੇ ਵਿੱਚ ਕੀਤੇ। ਤੇਰੇ ਸੂਰਮੇ ਅਫਗਾਨ ਖਾਨ ਨੇ ਕੁਝ ਹੱਲੇ ਤਾਂ ਬੜੀ ਚਲਾਕੀ ਦੇ ਨਾਲ ਕੀਤੇ, ਅਕਲਮੰਦੀ ਨਾਲ ਕੀਤੇ, ਤੇ ਕੁਝ ਹੱਲੇ ਉਹਨੇ ਝੱਲਪੁਣੇ ਵਿੱਚ ਵੀ ਕੀਤੇ। ਬਸੇ ਹਮਲਾ ਕਰਦਾ ਬਸੇ ਜ਼ਖਮ ਖੁਰਦ, ਬਹੁਤੇ ਹਮਲੇ ਕੀਤੇ ਅਫਗਾਨ ਖਾਨ ਨੇ। ਬਸੇ ਮੈਨੇ ਬਹੁਤੇ ਜ਼ਖਮ ਖੁਰਦ ਮੈਨੇ ਖਾਧੇ। ਉਹਨੇ ਬੜੀ ਬਹਾਦਰਤਾਈ ਦੇ ਨਾਲ ਲੜਨਾ ਕੀਤਾ ਤੇਰੇ ਸੂਰਮੇ ਅਫਗਾਨ ਖਾਨ ਨੇ, ਤੇ ਬਹੁਤ ਜ਼ਖਮ ਵੀ ਉਹਨੇ ਆਪਣੇ ਤਨ ਦੇ ਉੱਪਰ ਖਾਧੇ ਨੇ। ਦੋ ਕਸਰਾ ਬਾਜ਼ਾਂ ਕੁਸ਼ਤ ਜਾਂ ਹਮ ਸਪੁਰਦ, ਤੇ ਫਿਰ ਜਿਹੜਾ ਤੇਰਾ ਸੂਰਮਾ ਅਫਗਾਨ ਖਾਨ ਸੀ ਨਾ ਔਰੰਗਜ਼ੇਬ, ਦੋ ਕਸਰਾ, ਉਹਨੇ ਮੇਰੇ ਦੋ ਆਦਮੀ, ਬਾਜ਼ਾਂ ਬੜੀ ਜਾਨ ਦੇ ਨਾਲ, ਕੁਸ਼ਤ ਖੋ ਦਿੱਤੇ, ਸ਼ਹੀਦ ਕਰ ਦਿੱਤੇ। ਤੇਰਾ ਸੂਰਮਾ ਜਿਹੜਾ ਅਫਗਾਨ ਖਾਨ ਸੀ, ਉਹਨੇ ਮੇਰੇ ਦੋ ਸਿੱਖਾਂ ਨੂੰ ਬੜੀ ਜਾਨ ਦੇ ਨਾਲ ਸ਼ਹੀਦ ਕਰ ਦਿੱਤਾ। ਉਹਦੇ ਤੋਂ ਬਾਅਦ ਜਾਂ ਹਮ ਸਪੁਰਦ, ਉਹ ਅਫਗਾਨ ਖਾਨ ਆਪਣੀ ਜਾਨ ਨੂੰ ਸਾਡੇ ਸਪੁਰਦ ਕਰ ਗਿਆ, ਭਾਵ ਜੰਗ ਕਰਦਾ ਹੋਇਆ ਸਾਡੇ ਨਾਲ
ਉਹ ਤੇਰਾ ਸੂਰਮਾ ਅਫਗਾਨ ਖਾਂ ਜੰਗ ਦੇ ਵਿੱਚ ਸਾਡੇ ਹੱਥੋਂ ਮਾਰਿਆ ਗਿਆ। ਹੁਣ ਅੱਗੇ ਲਿਖਦੇ ਨੇ ਮਹਾਰਾਜ ਕਿ ख्वाज़ह मरदूद सायह दीवार ब मैदान आमद ब मरदान वार। कि मैंने जो मैंने ओ ख्वाज़ा ख्वाजा महमूद अली सी ना जड़ा तेरा सूरमा वड्डियां फौजां नूं लै के आया सी चमकौर दे जंग दे विच। ओ जेड़ा तेरा ख्वाजा महमूद अली सी मरदूद महाराज कहंदे ओ मरदूद कायर बन गया। ਇਹਦਾ ਨਾਂ ਸੀ ਮਹਿਮੂਦ ਅਲੀ ਤੇ ਹਜੂਰ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਜਫਰਨਾਮੇ ਵਿੱਚ ਇਹਨੂੰ ਮਰਦੂਦ ਲਿਖਿਆ ਕਾਇਰ। ਕਿਉਂਕਿ ਜਦੋਂ ਨਾਹਰ ਖਾਂ ਮਰਿਆ ਸੀ, ਗਨੀ ਖਾਂ ਗੈਰਤ ਖਾਂ ਮਰ ਗਏ ਸਨ, ਤੋ ਇਹ ਕੰਧ ਦੇ ਓਲੇ ਜਾਨ ਬਚਾ ਕੇ ਲੋਕੇ ਚਲਿਆ ਗਿਆ ਸੀ ਕਿ ਹੁਣ ਪੌੜੀ ਲਾ ਕੇ ਚੜੇ ਕੌਣ। ਤਾਂ ਉਹਦਾ ਜ਼ਿਕਰ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿ ख्वाज़ह मरदूद सायह दीवार। औरंगजेब तेरा सूरमा वड्डा ख्वाजा महमूद अली मरदूद कायर बन गया ते कायर बन के सायह दीवार कंध दी छां हेठ भाव कंध दे ओले ओ लुक लुक के चलिया गया। बा मैदान नियामद बा मैंने विच मैदा मैंने मैदान विच नियामद मैंने नहीं आया। तेरा जड़ा सूरमा सी ना ख्वाजा खां जां ख्वाजा महमूद अली ਉਹ ਜੰਗ ਦੇ ਮੈਦਾਨ ਵਿੱਚ ਨਹੀਂ ਆਇਆ ਤੇ ਨਾ ਹੀ ਉਹਨੇ ਮਰਦਾਨਗੀ ਦੇ ਨਾਲ ਸਾਹਮਣੇ ਆ ਕੇ ਵਾਰ ਕੀਤਾ। ਦਰੇਗਾ ਅਗਰ ਰੋਏ ਉਹ ਦੀਦ ਮੇ ਬਾਇਕ ਤੀਰ ਲਾਚਾਰ ਬਖਸ਼ੀਦ ਮੇ। ਦਰੇਗਾ ਮਹਾਰਾਜ ਕਹਿੰਦੇ ਅਫਸੋਸ ਅਫਸੋਸ ਮੈਨੂੰ ਇਹ ਨਹੀਂ ਕਿ ਸਾਹਿਬਜ਼ਾਦੇ ਸ਼ਹੀਦ ਹੋ ਗਏ, ਸਿੰਘ ਸ਼ਹੀਦ ਹੋ ਗਏ। ਅਫਸੋਸ ਮੈਨੂੰ ਇਸ ਗੱਲ ਦਾ ਹੈ ਵੀ ਤੇਰਾ ਸੂਰਮਾ ख्वाजा ਮੇਰੇ ਸਾਹਮਣੇ ਨਹੀਂ ਆਇਆ ਅੱਖਾਂ ਦੇ, ਲੋਕੇ ਜਾਨ ਬਚਾ ਕੇ ਚਲਿਆ ਗਿਆ। ਅਫਸੋਸ ਅਗਰ ਜੇਕਰ ਰੋਏ ਮੈਨੇ ਚਿਹਰਾ ਉਹ ਮੈਨੇ ਉਸ ਦਾ ਦੀਦ ਮੇ ਮੈਨੇ ਦਿਸ ਪੈਂਦਾ। ਅਗਰ ਮੈਨੂੰ ਤੇਰੇ ਉਸ ਜਰਨੈਲ ਸੂਰਮੇ ख्वाजा ਖਾਂ ਦਾ ਚਿਹਰਾ ਦਿਸ ਪੈਂਦਾ ਬਾਇਕ ਤੀਰ ਲਾਚਾਰ ਬਖਸ਼ੀਦ ਮੇ ਤੇ ਮੈਂ ਇੱਕ ਤੀਰ ਉਸ ਨੂੰ ਬਖਸ਼ ਦਿੰਦਾ ਤੇ ਉਸ ਦਾ ਲਾਚਾਰ ਅੰਤ ਕਰ ਦਿੰਦਾ, ਉਹਨੂੰ ਵੀ ਮੈਂ ਮੌਤ ਦੇ ਘਾਟ ਉਤਾਰ ਦਿੰਦਾ। ਪਰ ਤੇਰਾ ख्वाजा ਖਾਂ ਉਹ ਜਾਨ ਬਚਾ ਕੇ ਕੰਧੇ ਓਲੇ ਹੋ ਕੇ ਭੱਜ ਗਿਆ। ਹਮ ਆਖਰ ਬਸੇ ਜ਼ਖਮ ਤੀਰੋ ਤੋ ਫੰਗ ਦੋ ਸੂਏ ਬਸੇ ਕੁਸ਼ਤਾ ਸ਼ੁੱਧ ਬੇਦ ਰੰਗ। ਹਮ ਆਖਰ ਮੈਨੇ ਅੰਤ ਨੂੰ ਬਸੇ ਮੈਨੇ ਬਹੁਤੇ ਜ਼ਖਮ ਹੋਏ ਤੀਰੋ ਤੁਫੰਗ ਤੀਰੋ ਤੀਰਾਂ ਦੇ ਤੁਫੰਗ ਬੰਦੂਕਾਂ ਦੀਆਂ ਗੋਲੀਆਂ ਦੇ। ਮਹਾਰਾਜ ਕਹਿੰਦੇ ਅੰਤ ਨੂੰ ਤੀਰਾਂ ਤੇ ਬੰਦੂਕਾਂ ਦੇ ਬਹੁਤ ਸਾਰੇ ਜ਼ਖਮ ਹੋਏ। ਇਹਨਾਂ ਦੇ ਚੱਲਣ ਦੇ ਨਾਲ ਸੂਰਮਿਆਂ ਦੇ ਤਨ ਜ਼ਖਮੀ ਹੋ ਗਏ। ਦੋ ਸੂਏ ਮੈਨੇ ਦੋਨਾਂ ਹੀ ਤਰਫਾਂ ਤੋਂ ਬਸੇ ਬਹੁਤ ਕੁਛ ਤਹਿ ਸ਼ੁੱਧ ਬੇਦ ਰੰਗ। ਮਹਾਰਾਜ ਕਹਿੰਦੇ ਵੀ ਦੋਨਾਂ ਹੀ ਤਰਫਾਂ ਤੋਂ ਜਲਦੀ ਨਾਲ ਬਹੁਤ ਸਾਰਾ। ਕੁਛ ਤਹਿ ਦਾ ਅਰਥ ਅਖਰੀ ਅਰਥ ਹੁੰਦਾ ਕੋਣਾ, ਸ਼ੁੱਧ ਮੈਨੇ ਹੋਇਆ। ਦੋਹਾਂ ਹੀ ਪਾਸਿਆਂ ਦੇ ਸੂਰਮਿਆਂ ਨੇ ਇੱਕ ਦੂਜੇ ਤੇ ਵਾਰ ਕੀਤੇ ਤੇ ਬੜੇ ਜ਼ਖਮ ਹੋਏ ਤੇ ਦੋਹਾਂ ਹੀ ਪਾਸਿਆਂ ਤੋਂ ਬਹੁਤ ਸਾਰੇ ਸੂਰਮੇ ਜੰਗ ਦੇ ਮੈਦਾਨ ਵਿੱਚ ਸਦਾ ਦੀ ਨੀਂਦੇ ਸੌਂ ਗਏ। ਬਸੇ ਬਾਨ ਬਾਰੀਦ ਤੀਰੋ ਤੁਫੰਗ ਜ਼ਿਮੀ ਗਸ਼ਤ ਹਮ ਚੂੰ ਗੁਲੇ ਲਾਲ ਰੰਗ। ਐ ਔਰੰਗਜ਼ੇਬ ਬਸੇ ਮੈਨੇ ਬਹੁਤੇ ਬਾਨ ਮੈਨੇ ਬਾਣ ਤੀਰ ਬਾਰੀਦ ਮੈਨੇ ਬਰਖਾ। ਔਰੰਗਜ਼ੇਬ ਚਮਕੌਰ ਦੀ ਜੰਗ ਦੇ ਵਿੱਚ ਤੀਰਾਂ ਦਾ ਮੀਂਹ ਪੈ ਗਿਆ। ਤੀਰੋ ਤੁਫੰਗ ਤੇ ਬੰਦੂਕਾਂ ਦੇ ਵਿੱਚੋਂ ਨਿਕਲੀਆਂ ਹੋਈਆਂ ਗੋਲੀਆਂ ਦਾ ਮੀਂਹ ਵਰਿਆ। ਕਮਾਨਾਂ ਵਿੱਚੋਂ ਨਿਕਲੇ ਹੋਏ ਤੀਰਾਂ ਦਾ ਮੀਂਹ ਪੈ ਗਿਆ। ਜ਼ਿਮੀ ਗਸ਼ਤ ਹਮ ਚੂੰ ਗੁਲੇ ਲਾਲ ਹੈ ਰੰਗ। ਜਿਹੜੀ ਜ਼ਮੀਨ ਸੀ ਨਾ ਗਸ਼ਤ ਮੈਨੇ ਹੋ ਗਈ। ਹਮ ਚੂੰ ਮੈਨੇ ਵਾਂਗੂ ਗੁਲੇ ਮੈਨੇ ਫੁੱਲ ਲਾਲ ਹੈ ਮੈਨੇ ਪੋਸਤ ਦਾ ਰੰਗ। ਕਹਿੰਦੇ ਜ਼ਮੀਨ ਪੋਸਤ ਦੇ ਫੁੱਲ ਵਾਂਗ ਐਨ ਲਾਲ ਹੋ ਗਈ। ਭਾਵ ਸੂਰਮਿਆਂ ਦੇ ਤਨ ਦੇ ਵਿੱਚੋਂ ਲਹੂ ਨਿਕਲਿਆ, ਉਹ ਜ਼ਮੀਨ ਤੇ ਡੁੱਲਿਆ ਤੇ ਜ਼ਮੀਨ ਲਾਲ ਰੰਗ ਦੀ ਹੋ ਗਈ। ਇਹਨਾਂ ਲੋਹੇ ਦੇ ਨਾਲ ਲੋਹਾ ਵੱਜਾ ਹੈ ਚਮਕੌਰ ਦੀ ਜੰਗ ਵਿੱਚ। ਸਰੋ ਪਾਏ ਅੰਬੋਹ ਚੰਦਾ ਸ਼ੁਦਹ ਕੇ ਮੈਦਾਂ ਪੁਰ ਅਜ਼ ਗੋਏ ਚੌਗਾਂ ਸ਼ੁਦਹ। ਮਹਾਰਾਜ ਕਹਿਣ ਲੱਗੇ ਔਰੰਗਜ਼ੇਬ ਸਰੋ ਮੈਨੇ ਸਿਰ ਤੇ ਪਾਏ ਮੈਨੇ ਪੈਰ, ਅੰਬੋਹ ਮੈਨੇ ਅੰਬਾਰ, ਚੰਦਾ ਮੈਨੇ ਕਿੰਨੇ ਸਾਰੇ।
ਔਰੰਗਜ਼ੇਬ ਚਮਕੌਰ ਦੇ ਜੰਗ ਦੇ ਮੈਦਾਨ ਵਿੱਚ ਸਿਰਾਂ ਤੇ ਹੱਥਾਂ ਪੈਰਾਂ ਦੇ ਅੰਬਾਰ ਢੇਰ ਲੱਗ ਗਏ। ਉੱਥੇ ਕਿਤਨੇ ਹੀ ਸਿਰਾਂ ਤੇ ਪੈਰਾਂ ਦੇ ਅੰਬਾਰ ਹੋ ਗਏ, ਭਾਵ ਉੱਥੇ ਢੇਰ ਲੱਗ ਗਏ। ਕਿੱਦਾਂ ਕਿ ਮੈਦਾਂਪੁਰ ਜਿਹੜਾ ਜੰਗ ਦਾ ਮੈਦਾਨ ਸੀ ਉਹ ਪੂਰਨ ਭਰ ਗਿਆ। ਅਜ਼ ਗੋਏ ਚੌਗਾਂ ਸ਼ੁਧਾ, ਗੋਏ ਕਹਿੰਦੇ ਨੇ ਜਿਹੜਾ ਆਪਣਾ ਉਹ ਖਿੱਦੋ ਹੁੰਦੀ ਹੈ, ਤੇ ਚੌਗਾਂ ਖੂੰਡੀਆਂ। ਕਹਿੰਦੇ ਜੰਗ ਦੇ ਮੈਦਾਨ ਵਿੱਚ ਸਿਰ ਖਿੱਦੋਆਂ ਵਾਂਗ ਪਏ ਸਨ ਤੇ ਲੱਤਾਂ ਬਾਹਾਂ ਖੂੰਡੀਆਂ ਵਾਂਗ ਪਈਆਂ ਸਨ। ਸਿਰਾਂ ਤੇ ਬਾਹਾਂ ਦੇ ਨਾਲ ਸੂਰਮਿਆਂ ਦੇ ਸਰੀਰ ਦੇ ਕੱਟੇ ਹੋਏ ਅੰਗਾਂ ਦੇ ਨਾਲ ਚਮਕੌਰ ਦਾ ਜੰਗ ਦਾ ਮੈਦਾਨ ਐਨ ਪੂਰਨ ਭਰਿਆ ਹੋਇਆ ਸੀ। ਤਰੰਕਾਰ ਤੀਰੋ ਤਰੰਕੇ ਕਮਾ, ਬਰਾਮਦ ਯਕੇ ਹਾਏ ਹੂ ਅਜ਼ ਜਹਾਂ। ਔਰੰਗਜ਼ੇਬ ਤਰੰਕਾਰ ਤੀਰੋ, ਤੀਰਾਂ ਦੀ ਟਣਕਾਰ ਹੋਈ ਉੱਥੇ ਜੰਗ ਦੇ ਮੈਦਾਨ ਵਿੱਚ। ਤਰੰਕੇ ਕਮਾਂ, ਜਿਸ ਵੇਲੇ ਤੀਰਾਂ ਦੇ ਚੱਲਣ ਦੇ ਨਾਲ ਤੜਾਕੇ ਹੋਏ, ਕਮਾਨਾਂ ਤਿੜਕੀਆਂ, ਕਮਾਨਾਂ ਕੜਕੀਆਂ, ਕਮਾਨਾਂ ਦੇ ਵਿੱਚੋਂ ਆਵਾਜ਼ ਹੋਈ ਬਰਾਮਦ ਯਕੇ ਹਾਏ ਹੂ ਅਜ਼ ਜਹਾਂ। ਤੇ ਫਿਰ ਕੀ ਹੋਇਆ ਵੀ ਇੱਕੇ ਵਾਰ ਬਹੁਤ ਸਾਰਾ ਰੌਲਾ ਗੌਲਾ ਹੋਇਆ। ਜਿਸ ਵੇਲੇ ਤੀਰਾਂ ਦੀ ਟਣਕਾਰ ਹੋਈ, ਕਮਾਨਾਂ ਕੜਕੀਆਂ, ਤਾਂ ਰੌਲੇ ਗੌਲੇ ਨਾਲ ਸਾਰੀ ਦੁਨੀਆ ਹੀ ਭਰ ਗਈ। ਦਿਗਰ ਸ਼ੋਰ ਸ਼ੇ ਕੈਬਰੇ ਕੀ ਨਹ ਕੋਸ਼, ਜੇ ਮਰਦਾ ਨਹ ਮਰਦਾ ਬਰੂ ਰਫਤ ਹੋਸ਼। ਦਿਗਰ ਮੈਨੇ ਫਿਰ ਹੋਰ ਸੁਣ ਔਰੰਗਜ਼ੇਬ, ਸ਼ੋਰਸ਼ੇ ਬੜਾ ਸ਼ੋਰ ਰੌਲਾ ਗੌਲਾ, ਕੈਬਰੇ ਕਹਿੰਦੇ ਨੇ ਤੀਰ, ਜਦੋਂ ਤੀਰ ਚੱਲੇ ਨਾ ਬਹੁਤ ਸਾਰਾ ਮਹਾਰਾਜ ਕਹਿੰਦੇ ਰੌਲਾ ਗੌਲਾ ਹੋਇਆ। ਜੇ ਮਰਦਾਨਾ ਮਰਦਾਂ, ਜਿਹੜੇ ਵੱਡੇ ਵੱਡੇ ਮਰਦ ਸਨ ਆਪਣੇ ਆਪ ਨੂੰ ਸੂਰਮੇ ਕਹਾਉਂਦੇ, ਬਰੂ ਦਾ ਅਰਥ ਬਾਹਰ, ਰਫਤ ਮੈਨੇ ਚਲੀ ਗਈ ਹੋਸ਼, ਉਹਨਾਂ ਦੀ ਹੋਸ਼। ਜਦੋਂ ਦਿਗਰ ਸ਼ੋਰਸ਼ੇ ਕੈਬਰੇ ਕੀ ਨਹ ਕੋਸ਼, ਜੇ ਮਰਦਾਨਾ ਮਰਦਾਂ ਬਰੂ ਰਫਤ ਹੋਸ਼। ਔਰੰਗਜ਼ੇਬ ਦਿਗਰ ਫਿਰ ਕੀ ਹੋਇਆ, ਫਿਰ ਮਾਰੂ ਤੀਰਾਂ ਦੇ ਚੱਲਣ ਨਾਲ, ਮਾਰੂ ਤੀਰਾਂ ਦੇ ਚੱਲਣ ਦਾ ਇੰਨਾ ਰੌਲਾ ਗੌਲਾ ਹੋਇਆ ਕਿ ਜਿਹੜੇ ਵੱਡੇ ਵੱਡੇ ਬਹਾਦਰ ਸਨ, ਵੱਡੇ ਵੱਡੇ ਬਹਾਦਰਾਂ ਦੇ ਹੋਸ਼ ਗੁੰਮ ਹੋ ਗਏ। ਹਮ ਆਖਰ ਚਿਮਰਦੀ ਕੁਨਦ ਕਾਰਜ਼ਾਰ, ਕਿ ਬਰ ਚਹਿਲ ਤਨ ਆਏ ਦਸ਼ ਬੇਸ਼ੁਮਾਰ। ਔਰੰਗਜ਼ੇਬ ਫਿਰ ਅੰਤ ਨੂੰ ਚਿਮਰਦੀ, ਹਮ ਆਖਰ ਚਿਮਰਦੀ ਕੁਨਦ ਕਾਰਜ਼ਾਰ, ਐ ਔਰੰਗਜ਼ੇਬ ਅੰਤ ਨੂੰ ਜੰਗ ਵਿੱਚ ਮਰਦਾਨਗੀ ਵੀ ਕੀ ਕਰਦੇ। ਮੇਰੇ ਭੁੱਖਣ ਭਾਣੇ 40 ਸਿੱਖ ਸਨ, 40 ਸਿੰਘ ਸਨ, ਕਿ ਬਰ ਚਹਿਲ ਨਰ ਚਹਿਲ ਤਨ, ਕਿ ਬਰ ਚਹਿਲ ਤਨ ਆਏ ਦਸ਼ ਬੇਸ਼ੁਮਾਰ। ਕਿਉਂਕਿ ਜਿਹੜੇ ਮੇਰੇ 40 ਪੁਰਸ਼ ਭੁੱਖਣ ਭਾਣੇ 40 ਸਿੰਘ, ਉਹਨਾਂ ਦੇ ਉੱਪਰ ਬੇਸ਼ੁਮਾਰ ਅਣਗਿਣਤ ਹੀ ਤੇਰੀ ਫੌਜ ਆ ਗਈ, ਅਣਗਿਣਤ ਹੀ ਤੇਰੀ ਫੌਜ ਉਹਨਾਂ 40 ਸਿੰਘਾਂ ਦੇ ਉੱਪਰ ਆਈ। ਐ ਔਰੰਗਜ਼ੇਬ ਉਹ 40 10 ਲੱਖ ਦੇ ਸਾਹਮਣੇ ਕੀ ਕਰਦੇ, ਪਰ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਦੇ ਨਾਲ ਮੇਰੇ ਉਹ 40 ਚੜ੍ਹਦੀ ਕਲਾ ਵਿੱਚ ਸਨ, ਉਹਨਾਂ ਦੇ ਹੌਸਲੇ ਬੜੇ ਬੁਲੰਦ ਸਨ। ਔਰੰਗਜ਼ੇਬ ਜੰਗ ਦੇ ਮੈਦਾਨ ਦੇ ਵਿੱਚ ਤੇਰੀ 10 ਲੱਖ ਫੌਜ ਦੇ ਸਾਹਮਣੇ ਮੇਰੇ ਉਹ 40 ਜੂਝੇ ਨੇ, ਉਹਨਾਂ ਨੇ ਹਥਿਆਰ ਨਹੀਂ ਸੁੱਟੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜ਼ਫਰਨਾਮਾ ਜਿੱਤ ਦੀ ਚਿੱਠੀ ਹਜ਼ੂਰ ਨੇ ਔਰੰਗਜ਼ੇਬ ਵੱਲ ਲਿਖੀ ਹੈ, ਔਰ ਇਹਦੇ ਵਿੱਚ ਜੋ ਜੋ ਕੁਝ ਹੋਇਆ ਦਾਸਤਾਨ ਸਤਿਗੁਰਾਂ ਨੇ ਉਹਦਾ ਵਰਣਨ ਕੀਤਾ ਹੈ। ਸੋ ਸਾਧ ਸੰਗਤ, ਹੁਣ ਸਮੇਂ ਦੀ ਸਮਾਪਤੀ ਹੈ। 41 ਬੈਂਤਾਂ ਦੀ ਇੱਥੋਂ ਤੱਕ ਆਪਾਂ ਵਿਚਾਰ ਕੀਤੀ ਹੈ। ਅੱਗੇ ਕੱਲ ਵਿਚਾਰ ਕਰਾਂਗੇ 1 2 ਤੇ 3 ਤਰੀਕ, ਇਹ 3 ਦਿਨ ਹੋਰ ਆਪਾਂ ਜ਼ਫਰਨਾਮੇ ਦੀ 111 ਬੈਂਤਾਂ ਤੱਕ ਵਿਚਾਰ ਕਰਨੀ ਹੈ। ਉਸ ਤੋਂ ਬਾਅਦ ਆਪ ਸਭ ਨੂੰ ਪਤਾ ਹੈ 350 ਸਾਲਾ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਵਸ ਆ ਰਿਹਾ ਹੈ। 3 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਜਾਣੇ ਨੇ। 4 ਤਰੀਕ ਨੂੰ ਨਗਰ ਕੀਰਤਨ ਹੈ। ਫਿਰ 5 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਔਰ ਸਮਾਪਤੀ ਹੋਵੇਗੀ। ਸੋ 3 ਦਿਨ ਇਸ ਜ਼ਫਰਨਾਮੇ ਦੀ ਆਪਾਂ ਵਿਚਾਰ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਜ਼ੀਮ ਰਚਨਾ ਹੈ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੀਆਂ ਗੱਲਾਂ ਔਰੰਗਜ਼ੇਬ ਨੂੰ ਜਿਹੜੀਆਂ ਲਿਖੀਆਂ ਇਹ ਜ਼ਫਰਨਾਮੇ ਵਿੱਚ ਨੇ। ਸੋ ਇੱਥੋਂ ਤੱਕ ਵਿਚਾਰ ਕਰਦੇ ਹਾਂ।
ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਭੁੱਲਾਂ ਦੀ ਮੁਆਫੀ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ। ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ। ਹਮ ਆਖਰ ਚੇ ਮਰਦੀ ਕੁਨਦ ਕਾਰਜ਼ਾਰ, ਕੇ ਬਰ ਚਹਿਲ ਤਨ ਆਏ ਦਸ਼ ਬੇਸ਼ੁਮਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ